ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੋ ਸਾਨੂੰ ਬ੍ਰਹਮ ਦਾ ਖਜ਼ਾਨਾ ਦੇ ਕੇ ਗਏ ਨੇ ਗੁਰਬਾਣੀ ਗੁਰੂ ਦੇ ਰੂਪ ਵਿੱਚ। ਗੁਰਬਾਣੀ ਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂੰ ਗਤ ਪਾਈ। पंचाली को राज सभा में राम नाम सुध आई, ताको दुख हरियो करुणा में अपनी पैज वढ़ाई। जह नर जस कृपा निध गायो, ताको भयो सहाई। कहो नानक मैं यही भरोसे गही आन सरनाई। गुरु तेग बहादुर महाराज सच्चे पातशाह नाम की उस्तत करते हैं। गुरमुखो, एक तो नाम इस तरह है कि संसारी तौर पर बहुते जीव जपना ਜਾਂ ਕੋਈ ਕਿਸੇ ਸ਼ਬਦ ਦਾ ਜਾਪ ਜਾਂ ਕਿਸੇ ਮਾਲਾ ਦੁਆਰਾ ਕਿਸੇ ਮੰਤਰ ਦਾ ਜਾਪ ਜਾਂ ਸ਼ਬਦ ਗੁਰਮੰਤਰ ਦਾ ਜਾਪ ਜਾਂ ਕਿਸੇ ਰਾਮ ਵਾਹਿਗੁਰੂ ਅੱਲਾ ਹਰੀ ਦਾ, ਕਿਉਂਕਿ ਗੁਰਬਾਣੀ ਵਿੱਚ ਚਾਰੇ ਵਰਨਾਂ ਦੀ ਗੱਲ ਕੀਤੀ ਹੈ। ਸਾਰੀ ਸ੍ਰਿਸ਼ਟੀ ਨੂੰ ਸੰਦੇਸ਼ ਦਿੱਤਾ ਹੈ ਅਤੇ ਸਾਰੀ ਸ੍ਰਿਸ਼ਟੀ ਵੱਖ-ਵੱਖ ਸ਼ਬਦਾਂ ਦਾ ਅਤੇ ਜਾਪ ਕਰਦੇ ਨੇ। ਨਾਮ ਦੁਨਿਆਵੀ ਤੌਰ 'ਤੇ ਬਹੁਤ ਸਿਮਰਦੇ ਨੇ, ਪਰ ਜਦੋਂ ਗੁਰਬਾਣੀ ਗੁਰੂ ਦੇ ਵਿੱਚ ਆਪਾਂ ਨਾਮ ਦੀ ਮਹਿਮਾ ਨੂੰ ਸੁਣਦੇ ਹਾਂ ਜਾਂ ਨਾਮ ਦੀ, ਜਿਵੇਂ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਨਾਮ ਇੰਨਾ ਸੁਖਦਾਤਾ ਹੈ ਜਿਹਨੂੰ ਸਿਮਰਨ ਦੇ ਨਾਲ ਅਜਾਮਲ ਵਰਗੇ ਪਾਪੀ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਵੇਸਵਾ ਦੇ ਨਾਲ ਪਿਆਰ ਪਾ ਬੈਠੇ ਸੀ, ਗਨਕਾ ਜਿਹੜੀ ਇੱਕ ਵੇਸਵਾ ਦੀ ਜੂਨ ਭੋਗਦੀ ਸੀਗੀ, ਸਾਧੂਆਂ ਨੇ ਉਹਨਾਂ ਨੂੰ ਭੇਤ ਦਿੱਤਾ। ਅਤੇ ਪੰਚਾਲੀ ਕਿਹਾ ਜਾਂਦਾ ਜਿਹੜੀ ਦ੍ਰੋਪਦੀ ਸੀਗੀ, ਕਿਉਂਕਿ 5 ਪਾਂਡਵਾਂ ਦੀ ਇੱਕ ਹੀ ਘਰ ਵਾਲੀ ਸੀ, ਅਤੇ ਜਦੋਂ ਚੀਰਹਰਨ ਹੋਣ ਲੱਗਾ ਉਹਦਾ ਰਾਜ ਦਰਬਾਰ ਦੇ ਵਿੱਚ, ਅਤੇ ਉਹਨੇ ਨਾਮ ਨੂੰ ਧਿਆਉਂਦੇ ਹੋਏ ਜਦੋਂ ਅਕਾਲ ਪੁਰਖ ਅੱਗੇ ਜੋਦੜੀ ਬੇਨਤੀ ਕੀਤੀ, ਅਤੇ ਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਸੂਖਮ ਰੂਪ ਦੇ ਵਿੱਚ ਅਵਤਾਰ ਰੂਪ ਧਾਰਨ ਕਰਕੇ ਉਹਨਾਂ ਨੇ ਉਹਨਾਂ ਦੀ ਲੱਜ ਰੱਖੀ ਸੀ। ਸੋ ਜਿਹੜੀ ਇਹ ਨਾਮ ਦੀ ਗੱਲ ਕੀਤੀ ਗਈ ਹੈ, ਇਹਦੇ ਬਾਰੇ ਗੁਰਬਾਣੀ ਗੁਰੂ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਜਿਹੜਾ ਨਾਮ ਇੱਕ ਤਾਂ ਸ਼ਬਦਾਂ ਦੇ ਵਿੱਚ ਹੈ, ਜਿਵੇਂ ਕੋਈ ਰਾਮ ਜਪਦਾ ਹੈ, ਕੋਈ ਵਾਹਿਗੁਰੂ ਜਪਦਾ ਹੈ, ਕੋਈ ਹਰੀ ਅੱਲਾ ਜਪਦਾ ਹੈ, ਇਹ ਅਸੀਂ ਸਰੀਰ ਕਰਕੇ ਜਪਦੇ ਹਾਂ। ਅਤੇ ਜਿਹੜਾ ਨਾਮ ਗੁਰਬਾਣੀ ਦੇ ਵਿੱਚ ਕਿਹਾ ਹੈ ਉਹਦੇ ਬਾਰੇ ਕਬੀਰ ਸਾਹਿਬ ਕਹਿੰਦੇ ਨੇ, 52 ਅੱਛਰ ਲੋਕ ਤਰੈ ਸਭ ਕਿਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਂਗੇ ਉਹ ਅੱਖਰ ਇਨ ਮੈਂ ਨਾਹੇ। ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਸੰਸਾਰੀ ਤੌਰ 'ਤੇ ਨਾਮ ਹੈ ਉਹ 52 ਅੱਖਰਾਂ ਦੀ ਬਾਣੀ ਦੇ ਵਿੱਚ 52 ਅੱਖਰੀ ਦੇ ਵਿੱਚ ਉਹਨਾਂ ਨੇ ਖੋਲ੍ਹ ਕੇ ਦੱਸਿਆ ਸਾਰਾ, ਵੀ ਜਿਹੜਾ ਸੰਸਾਰੀ ਤ੍ਰੈਗੁਣ ਦਾ ਗਿਆਨ ਹੈ ਇਹ 52 ਅੱਖਰਾਂ ਦੇ ਹਿਸਾਬ ਨਾਲ ਚੱਲਦਾ ਹੈ, ਪਰ ਜਿਹੜਾ ਉਹ ਮਾਲਕ ਦਾ ਨਾਮ ਹੈ ਉਹ ਇਹਨਾਂ ਅੱਖਰਾਂ ਦੇ ਵਿੱਚ ਨਹੀਂ। ਉਹਦੇ ਬਾਰੇ ਜਪਜੀ ਸਾਹਿਬ ਵਿੱਚ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਮਹਾਰਾਜ ਸਮਝਾਉਂਦੇ ਨੇ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਕਹਿੰਦੇ ਉਹ ਕਾਗਦ ਜਿਹੜਾ ਹੈ, ਉਹ ਨਾਮ ਜਿਹੜਾ ਹੈ ਕਾਗਦ ਉੱਪਰ ਜਾਂ ਕਲਮ ਦੁਆਰਾ ਨਹੀਂ ਲਿਖਿਆ ਜਾਂਦਾ। ਉਹ ਨਾਮ ਜਿਹੜਾ ਸੂਖਮ ਦੇ ਵਿੱਚ ਇੱਕ ਧੁਨ ਰੂਪ ਹੈ, ਜਿਹਦੇ ਬਾਰੇ ਗੁਰਬਾਣੀ ਗੁਰੂ ਦੇ ਵਿੱਚ ਅਨਹਦ ਸ਼ਬਦ ਵਰਤਿਆ ਗਿਆ। ਅਨਹਤ ਜਾਂ ਉਹ ਜਦੋਂ ਨਾਮ ਧੁਨਾਤਮਕ ਰੂਪਾਂ ਦੇ ਵਿੱਚ ਵੱਖ-ਵੱਖ ਧੁਨਾਂ ਦੇ, ਜਦੋਂ ਨਾਮ ਦੇ ਜਿਹੜੇ ਰਸਤੇ ਆਪਾਂ ਚੱਲਦੇ ਹਾਂ ਸੁਰਤ ਰੂਪ ਹੋ ਕੇ, ਜਦੋਂ ਵੱਖ-ਵੱਖ ਧੁਨਾਂ ਪੈਦਾ ਹੁੰਦੀਆਂ ਨੇ ਅਤੇ ਉਹਨਾਂ ਨੂੰ ਗੁਰਬਾਣੀ ਦੇ ਵਿੱਚ ਪੰਜ ਸ਼ਬਦ
ਜਾਂ ਘਨੇਰੇ ਸ਼ਬਦ ਜਾਂ ਆਤਮ ਸ਼ਬਦ, ਆਤਮ ਬਾਣੀ, ਧੁਰ ਕੀ ਬਾਣੀ, ਵੱਖ ਵੱਖ ਨਾਮਾਂ ਤੋਂ ਜਿਹੜਾ ਪੁਕਾਰਿਆ ਗਿਆ। ਹੁਣ ਕਿਉਂਕਿ ਗੁਰਬਾਣੀ ਦੇ ਵਿੱਚ ਜਿਹੜਾ ਗਿਆਨ ਚੱਲਦਾ, ਗੁਰਬਾਣੀ ਗੁਰੂ ਦੇ ਵਿੱਚ ਸੂਖਮ ਅਤੇ ਅਸਤੂਲ ਦੋਨਾਂ ਅਵਸਥਾਵਾਂ ਦਾ ਚੱਲਦਾ ਹੈ। ਹੁਣ ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਕਿ ਜੇਕਰ ਤੁਸੀਂ ਸਿਰਫ ਇਕੱਲਾ ਦੁਨਿਆਵੀ ਤੌਰ 'ਤੇ ਸਰੀਰਕ ਨਾਮ ਜਪਦੇ ਹੋ, ਸਰੀਰਕ ਗਿਆਨ ਕਰਦੇ ਹੋ, ਜਾਂ ਸਰੀਰ ਕਰਕੇ ਧਰਮ ਜਿਹੜਾ ਉਹਨੂੰ ਪ੍ਰਗਟ ਕਰਨ ਦੀ ਸੋਚਦੇ ਹੋ, ਤਾਂ ਇਹ ਤੁਹਾਡਾ ਇੱਕ ਅਧੂਰਾ ਰਸਤਾ ਹੈ। ਜਿਹੜਾ ਸਾਨੂੰ ਗੁਰਬਾਣੀ ਗੁਰੂ ਦੇ ਨਾਲ ਜੋੜਿਆ ਜਾਂਦਾ ਹੈ, ਗੁਰਬਾਣੀ ਗੁਰੂ ਕੋਈ ਮੰਤਰ ਨਹੀਂ ਵੀ ਜਿਹਨੂੰ ਆਪਾਂ ਵਾਰ-ਵਾਰ ਜਪ ਕੇ ਜਾਂ ਕੋਈ ਇਹਦੇ ਵਿੱਚੋਂ ਆਪਾਂ ਕੋਈ ਤਾਕਤ ਜਿਹੜੀ ਹੈ ਉਹ ਪੈਦਾ ਕਰ ਲਾਂਗੇ। ਗੁਰਬਾਣੀ ਗੁਰੂ ਦੇ ਵਿੱਚ ਤਾਕਤ ਜ਼ਰੂਰ ਹੈ, ਅਤੇ ਵਾਰ-ਵਾਰ ਇਹਨਾਂ ਨੂੰ ਪੜ੍ਹਨਾ ਵੀ ਹੈ, ਇਹਨਾਂ ਨੂੰ ਜਪਣਾ, ਅਰਾਧਨਾ, ਧਿਆਉਣਾ ਵੀ ਹੈ। ਪਰ ਜੋ ਗੁਰਬਾਣੀ ਗੁਰੂ ਸਾਨੂੰ ਬ੍ਰਹਮ ਦਾ ਮੈਸੇਜ ਦਿੰਦੇ ਪਏ ਨੇ, ਬ੍ਰਹਮ ਦਾ ਗਿਆਨ ਦਿੰਦੇ ਪਏ ਨੇ, ਤਰੀਕਾ ਦੱਸਦੇ ਪਏ ਨੇ, ਸਲੀਕਾ ਦੱਸਦੇ ਪਏ ਨੇ, ਉਹਨੂੰ ਸਮਝਣਾ। ਅਤੇ ਜਦੋਂ ਆਪਾਂ ਗੁਰਬਾਣੀ ਗੁਰੂ ਦੇ ਮੈਸੇਜ ਨੂੰ ਸਮਝ ਜਾਂਦੇ ਹਾਂ, ਵਿਰਲੇ ਗੁਰਮੁਖ ਵੱਡੇ ਭਾਗਾਂ ਵਾਲੇ ਜਿਹੜੇ ਹੁੰਦੇ ਨੇ ਸਮਝ ਜਾਂਦੇ ਨੇ, ਅਤੇ ਫਿਰ ਉੱਥੇ ਸਾਨੂੰ ਕਹਿੰਦੇ ਨੇ ਸਾਡਾ ਜਦੋਂ ਸੁਰਤ ਰੂਪ, ਧਿਆਨ ਰੂਪ ਹੋ ਕੇ ਆਪਾਂ ਸ਼ਬਦ ਦਾ ਅਭਿਆਸ ਇੱਧਰ ਤਾਂ ਦੁਨਿਆਵੀ ਤੌਰ 'ਤੇ ਕਰਦੇ ਹਾਂ, ਪਰ ਧਿਆਨ ਰੂਪ ਹੋ ਕੇ ਜਦੋਂ ਆਪਾਂ ਅੰਦਰ ਉਹ ਧੁਨਾਂ ਨੂੰ ਸੁਣ ਲੈਂਦੇ ਹਾਂ, ਧੁਨਾਂ ਦੇ ਨਾਲ ਜੁੜ ਜਾਂਦੇ ਹਾਂ, ਅਤੇ ਫਿਰ ਸਾਡਾ ਜਿਹੜਾ ਜੀਵਨ ਪ੍ਰਵਾਨ ਹੁੰਦਾ ਹੈ। ਉੱਥੋਂ ਫਿਰ ਜਦੋਂ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਅਤੇ ਫਿਰ ਸਾਡੀਆਂ ਇੱਛਾਵਾਂ ਪੂਰਨ ਹੁੰਦੀਆਂ ਨੇ, ਆਪਸ ਦੇ ਵਿੱਚ ਪ੍ਰੇਮ ਦੀ ਧਾਰਾ ਚੱਲਦੀ ਹੈ। ਅਤੇ ਇਹ ਨਾਮ ਜਿਹੜੀ ਧੁਨ ਹੈ, ਅਨਹਦ ਨਾਦ ਹੈ, ਇਹ ਚਾਰੇ ਵਰਨ, ਜਾਂ ਆਪਾਂ ਕਹਿ ਲਈਏ ਕਿ 4 ਵਰਨ ਤਾਂ ਭਾਰਤ ਵਿੱਚ ਮੰਨੇ ਜਾਂਦੇ ਸੀ। ਜੇ ਆਪਾਂ ਭਾਰਤ ਤੋਂ ਬਾਹਰ ਕਿਸੇ ਵੀ ਧਰਤੀ ਦੇ ਕੋਨੇ 'ਤੇ ਚਲੇ ਜਾਈਏ ਜਿੱਥੇ ਇਨਸਾਨੀ ਸਰੀਰ ਆ, ਜਾਂ 84 ਲੱਖ ਜੂਨ ਵੀ ਆ, ਹਰ ਇੱਕ ਘਟ ਦੇ ਵਿੱਚ ਇਹ ਅਕਾਲ ਪੁਰਖ ਜੋਤ ਸਰੂਪ ਪ੍ਰਕਾਸ਼ ਰੂਪ ਹੋ ਕੇ ਵਸੇ ਹੋਏ ਨੇ, ਅਤੇ ਉਹ ਨਾਮ ਧੁਨ ਵੀ ਚੱਲਦੀ ਪਈ ਹੈ। ਪਰ ਜਿਹੜੀ ਗੱਲ ਹੈ ਵੀ ਉਹਨੂੰ ਪ੍ਰਗਟ ਜਿਹੜਾ ਇਨਸਾਨੀ ਜਾਮੇ ਦੇ ਵਿੱਚ ਕੀਤਾ ਜਾ ਸਕਦਾ ਹੈ, ਜੇਕਰ ਸਾਧ ਸੰਗਤ ਦਾ ਰੂਪ, ਜੇ ਸਾਧ ਦਾ ਸੰਗ ਮਿਲ ਜਾਏ। ਪਰ ਨਾਮ ਬਾਰੇ ਇਹ ਵੀ ਭੁਲੇਖਾ ਹੁੰਦਾ ਹੈ, ਕਈ ਗੁਰਮੁਖਾਂ ਦੇ ਅੰਦਰ ਜਿਹੜੇ ਸੁਖਮਨ ਦੇ, ਜਾਂ ਆਪਾਂ ਕਹਿ ਦਈਏ ਕੁੰਡਲਨੀ ਜਿਹਨੂੰ ਕਹਿ ਦਿੰਦੇ ਨੇ, ਜਾਂ ਜਿਹੜਾ ਅੰਦਰ ਸਾਡੇ ਪਾਉਣ ਦੀਆਂ ਨਾੜੀਆਂ ਨੇ, ਖਟ ਚੱਕਰਾਂ ਦੀ ਸ਼ਬਦ ਬਾਣੀ, ਅਨਹਦ ਧੁਨਾਂ ਪ੍ਰਗਟ ਹੋ ਜਾਂਦੀਆਂ ਨੇ। ਕਈ ਜੀਵ ਉਹਨਾਂ ਨੂੰ ਨਾਮ ਸਮਝਣ ਲੱਗ ਪੈਂਦੇ ਨੇ ਵੀ ਉਹ ਹੀ ਸ਼ਾਇਦ ਨਾਮ ਹੈ। ਕਈਆਂ ਦੇ ਅੰਦਰ ਸਹਿਜ ਸੁਭਾਅ ਇਹ ਸੁਖਮਨ ਦੇ ਸ਼ਬਦ ਚੱਲ ਪੈਂਦੇ ਨੇ। ਪਰ ਜਿਹੜਾ ਨਾਮ ਹੈ, ਇਹ ਨਾਮ ਦੀ ਆਪਾਂ ਇਹਨੂੰ ਰਸਤਾ ਕਹਿ ਸਕਦੇ ਹਾਂ, ਨਾਮ ਦੀ ਸ਼ੁਰੂਆਤ ਕਹਿ ਸਕਦੇ ਹਾਂ। ਪਰ ਜਿਹੜਾ ਨਾਮ ਹੈ ਉਹ ਜਦੋਂ ਸਾਡਾ ਮਨ 9 ਦਰਵਾਜ਼ਿਆਂ ਤੋਂ ਉੱਪਰ ਉੱਠ ਕੇ ਇਹ ਧੁਨਾਂ ਸਾਨੂੰ ਸੁਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਜਦੋਂ ਸਾਡਾ ਮਨ ਸੁਣਨ ਵਿੱਚ ਪ੍ਰਵੇਸ਼ ਕਰਦਾ ਹੈ, ਜਾਂ ਅਸੀਂ ਥੋੜ੍ਹਾ ਜਿਹਾ ਸਿਮਰਨ ਕਰਦੇ ਹਾਂ, ਜਾਂ ਬਾਣੀ ਪੜ੍ਹਦੇ ਹਾਂ, ਜਾਂ ਸੰਗਤ ਵਿੱਚ ਅਸੀਂ ਬੈਠਦੇ ਹਾਂ, ਧੁਨਾਂ ਤਾਂ ਸਾਡੇ ਅੰਦਰ ਇਹ ਸਰਕਟ ਚੱਲਣਾ ਸ਼ੁਰੂ ਹੋ ਜਾਂਦਾ ਹੈ। ਪਰ ਜਿਹੜਾ ਨਾਮ ਹੈ ਉਦੋਂ ਸਾਨੂੰ ਮਿਲਦਾ ਹੈ ਜਦੋਂ ਅਸੀਂ ਅਗੰਮ ਦੇ ਵਿੱਚ, ਭਾਵ ਕਿ ਪ੍ਰਕਾਸ਼ ਰੂਪ ਦੇ ਵਿੱਚ ਸਾਡਾ ਮਨ ਜਿਹੜਾ ਹੈ ਉਹ ਪ੍ਰਵੇਸ਼ ਕਰ ਜਾਂਦਾ। ਉੱਥੋਂ ਫਿਰ ਉਹ ਧੁਨ ਪ੍ਰਗਟ ਹੁੰਦੀ ਹੈ। ਉਸ ਧੁਨ ਨੂੰ ਸੁਣਨ ਦੇ ਨਾਲ ਫਿਰ ਸਾਨੂੰ ਨਾਮ ਦੇ ਨਾਲ ਨੀਰ ਵੀ ਜਿਹੜਾ ਹੈ, ਜਿਹੜਾ ਉਹ ਨਿਰੰਜਨ ਦੇ ਵਿੱਚੋਂ ਆਉਂਦਾ ਹੈ, ਉਹ ਸੂਖਮ ਮਨ ਨੂੰ ਹੀ ਪ੍ਰਾਪਤੀ ਹੁੰਦੀ ਹੈ। ਅਤੇ ਜੇਕਰ ਆਪਾਂ ਤਨ ਕਰਕੇ ਹੀ ਇਕੱਲਾ ਜ਼ੋਰ ਲਾਉਂਦੇ ਰਹਾਂਗੇ, ਤਨ ਕਰਕੇ ਗਿਆਨ ਕਰ ਰਹੇ ਹਾਂ, ਤਨ ਕਰਕੇ ਰਹਿਤਾਂ ਵੀ ਕਰ ਰਹੇ ਹਾਂ, ਤਨ ਕਰਕੇ ਅਸੀਂ ਵਾਹਿਗੁਰੂ, ਰਾਮ, ਹਰੀ, ਅੱਲਾ, ਜਾਂ ਗਿਣਤੀ ਦੇ ਪਾਠ, ਗਿਣਤੀ ਦਾ ਜਿਹੜਾ ਹੈ ਅਸੀਂ ਮਾਲਾ ਫੇਰਦੇ ਪਏ ਹਾਂ, ਅਤੇ ਇਸ ਤੋਂ ਬਾਅਦ ਸੁਰਤ ਦਾ ਮਾਰਗ ਜਾਂ ਸੁਰਤ ਵਿੱਚ ਸਾਨੂੰ ਨਹੀਂ, ਅਤੇ ਉਹਦੇ ਬਾਰੇ ਅਨੁਭਵ ਬਾਰੇ ਮਹਾਰਾਜ ਕਹਿੰਦੇ ਨੇ, ਜਲ ਬਿਲੋਵੈ ਜਲ ਮਥੈ ਤਤ ਲੋੜੈ ਅੰਧ ਅਗਿਆਨਾ, ਗੁਰਮਤੀ ਦਦ ਮਥੀਐ ਅੰਮ੍ਰਿਤ ਪਾਈਐ ਨਾਮ ਨਿਧਾਨਾ, ਮਨਮੁਖ ਤਤ ਨ ਜਾਣੀ ਪਸ਼ੂ ਮਾਏ ਸਮਾਨਾ। ਕਹਿੰਦੇ ਵੀ ਜਲ ਬਿਲੋਵੈ ਜਲ ਮਥੈ, ਵੀ ਜਿਹੜਾ ਮਨਮੁਖ ਹੈ ਉਹ ਪਾਣੀ ਨੂੰ ਰਿੜਕਦਾ ਹੈ। ਜਲ ਬਿਲੋਵੈ ਜਲ ਮਥੈ, ਪਾਣੀ ਨੂੰ ਰਿੜਕਦਾ ਹੈ, ਅਤੇ ਪਾਣੀ ਦੇ ਵਿੱਚੋਂ ਹੀ ਵਾਰ-ਵਾਰ ਜਿਵੇਂ ਮਧਾਣੀ ਪਾਣੀ ਵਿੱਚ ਪਾਈ ਜਾਂਦੀ ਹੈ, ਅਤੇ ਉਹਨੂੰ ਜਿੰਨੀ ਦੇਰ ਤੱਕ ਮਰਜ਼ੀ ਰਿੜਕਿਆ ਜਾਵੇ ਉਹਦੇ ਵਿੱਚੋਂ ਕੋਈ ਤੱਤ ਨਹੀਂ ਨਿਕਲੇਗਾ। ਇਸ ਕਰਕੇ ਹੁਣ ਸਾਡਾ ਕਿਹੜਾ ਪਾਣੀ ਅਸੀਂ ਰਿੜਕਦੇ ਹਾਂ? ਇਹ ਸਰੀਰ ਜਿਹੜਾ ਸਾਡਾ
ਪਾਣੀ ਤੋਂ ਬਣਿਆ ਹੋਇਆ। ਦੁਨਿਆਵੀ ਸਰੀਰ ਸਾਡਾ ਜਿਹੜਾ ਰਕਤ ਬਿੰਦ ਤੋਂ ਪ੍ਰਗਟ ਹੋਇਆ। ਸਾਡਾ ਬਾਣੀ ਇਹ ਜਿਹੜਾ ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਈ। ਪਾਣੀ ਤੋਂ ਸਾਡਾ ਸਰੀਰ ਬਣਿਆ। ਅਤੇ ਕਹਿੰਦੇ ਜੇਕਰ ਇਹਦੇ ਵਿੱਚ ਵਸਣ ਵਾਲੇ ਸੂਹਮ ਦਾ ਤੁਹਾਨੂੰ ਭੇਤ ਨਹੀਂ, ਸਿਰਫ ਇਸ ਪਾਣੀ ਤੋਂ ਬਣੇ ਹੋਏ ਸਰੀਰ ਨੂੰ, ਇਹਨੂੰ ਜ਼ੋਰ ਲਗਾ ਕੇ, ਇਹਦਾ ਹੱਠ ਕਰਕੇ ਇਹਨੂੰ ਹੀ ਤੁਸੀਂ ਜਿਹੜਾ ਹੈ ਸਮਾਧ ਲਗਾਉਣ ਦੀ ਸੋਚਦੇ ਹੋ। ਜਲ ਬਿਲੋਵੈ ਜਲ ਮਥੈ ਤਤ ਲੋੜੈ ਅੰਧ ਅਗਿਆਨਾ। ਅਤੇ ਇਹਦੇ ਵਿੱਚੋਂ ਤੱਤ ਲੱਭਣ ਦੀ ਕੋਸ਼ਿਸ਼ ਕਰੋਗੇ ਵੀ ਸ਼ਾਇਦ ਕੋਈ ਹੱਠ ਕਰਕੇ, ਜਪ ਤਪ ਕਰਕੇ, ਜਾਂ ਕੋਈ ਭਾਵ ਜਿੰਨੀ ਦੇਰ ਤੱਕ ਸਾਡੇ ਕੋਲ ਅੱਗੋਂ ਵੇ ਨਹੀਂ ਹੈਗਾ, ਪੂਰਨ ਸਾਧੂ ਪੂਰਨ ਟੀਚਰ ਦਾ ਸਾਨੂੰ ਸੰਗ ਨਹੀਂ ਹੈਗਾ। ਅਤੇ ਮਹਾਰਾਜ ਕਹਿੰਦੇ ਤੱਤ ਲੋੜ ਹੈ ਅੰਧ ਅਗਿਆਨਾ। ਅਤੇ ਉਹ ਇੱਕ ਅੰਨਾਪਨ ਹੈ, ਅਗਿਆਨਤਾ ਹੈ, ਅੰਨਾ ਰਸਤਾ ਹੈ। ਆਮ ਤੌਰ 'ਤੇ ਆਪਾਂ ਬਹੁਤ ਸਾਰੇ ਜੀਵ ਨੇ ਜਿਹੜੇ ਕਹਿੰਦੇ ਸਾਨੂੰ ਬੜੇ ਬੜੇ ਸਾਲ ਹੋ ਗਏ, ਅਸੀਂ ਕੋਈ ਬਾਣੀ ਦਾ, ਕਿਸੇ ਮੰਤਰ ਦਾ, ਕਿਸੇ ਗੁਰ ਮੰਤਰ ਦਾ, ਕਿਸੇ ਸੰਤਾਂ ਸਾਧੂਆਂ ਤੋਂ ਮੰਤਰ ਲੈ ਕੇ ਅਸੀਂ ਜਾਪ ਕਰਦੇ ਪਏ ਹਾਂ। ਜਾਪ ਅਸੀਂ ਜ਼ਰੂਰ ਕੀਤਾ, ਚੌਂਕੜੇ ਵੀ ਬੜੇ ਮਾਰੇ ਨੇ, ਪਰ ਸਾਡੀ ਜਿਹੜੀ ਅਵਸਥਾ ਨਹੀਂ ਬਣੀ। ਕਿਉਂ? ਕਿਉਂਕਿ ਜਲ ਰੂਪੀ ਸਰੀਰ ਦੇ ਵਿੱਚੋਂ ਬਾਹਰ ਨਹੀਂ ਗਏ। ਜਿਹੜਾ ਅਸਲ ਜਲ ਹੈ, ਜਿੱਥੋਂ ਇਹ ਸਾਰਾ ਖੇਲ ਪ੍ਰਗਟ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਗੁਰਮਤੀ ਦੱਧ ਮੱਥੀ ਹੈ, ਵੀ ਜਿਹੜਾ ਦੁੱਧ ਫਿਰ ਹੈ ਉਹ ਗੁਰੂ ਦੀ ਮੱਤ ਦੁਆਰਾ ਫਿਰ ਪ੍ਰਗਟ ਹੁੰਦਾ। ਅਤੇ ਦੁੱਧ ਦੇ ਵਿੱਚ ਮਧਾਣੀ ਪਾਉਣੀ ਗੁਰੂ ਸਿਖਾਉਂਦਾ ਹੈ, ਜਿਹਨੂੰ ਅਸੀਂ ਆਮ ਤੌਰ 'ਤੇ ਮੁੰਦਾਵਣੀ ਮਹੱਲਾ 5ਵਾਂ 'ਚ ਵੀ ਅਸੀਂ ਪੜ੍ਹਦੇ ਹਾਂ। ਮੁੰਦਾਵਣੀ ਹੁੰਦੀ ਹੈ, ਮਧਾਣੀ ਨੂੰ ਇੱਕ ਸ਼ਬਦ ਮੁੰਦਾਵਣੀ ਵੀ ਕਿਹਾ ਜਾਂਦਾ ਹੈ, ਕਿ ਕਿਵੇਂ ਫਿਰ ਅਸੀਂ ਸੁਰਤ ਦਾ ਮਧਾਣਾ ਪਾਉਣਾ ਹੈ, ਕਿਵੇਂ ਉਸ ਸੂਖਮ ਦੇ ਵਿੱਚੋਂ ਜਾ ਕੇ ਉਹ ਅੰਮ੍ਰਿਤ ਜਲ ਕੱਢਣਾ। ਅਤੇ ਉਹ ਕਹਿੰਦੇ ਗੁਰਮਤੀ ਦੱਧ ਮੱਥੀਐ ਅੰਮ੍ਰਿਤ ਪਾਈਐ ਨਾਮ ਨਿਧਾਨਾ। ਫਿਰ ਉਹ ਜਦੋਂ ਸਾਡੀ ਸਿਮਰਨ ਦੀ ਅਵਸਥਾ ਤੋਂ ਜਦੋਂ ਸੰਪੂਰਨ ਹੋ ਕੇ ਜਦੋਂ ਸਾਡੀ ਸੁਰਤੀ ਉੱਪਰ ਉੱਠਦੀ ਹੈ, ਸੁਖਮ ਦੇ ਵਿੱਚ ਜਦੋਂ ਸਾਡੀ ਜਾਂਦੀ ਹੈ, ਜਿੱਥੇ ਜਾ ਕੇ ਅਸੀਂ ਅੰਮ੍ਰਿਤ ਨਾਮ ਦੀ ਅਤੇ ਨਾਮ ਨੂੰ ਸੁਣਨ 'ਤੇ ਅੰਮ੍ਰਿਤ ਦੀ ਪ੍ਰਾਪਤੀ ਕਰਦੇ ਹਾਂ, ਉੱਥੋਂ ਨਿਧਾਨ ਪ੍ਰਗਟ ਹੁੰਦਾ ਹੈ। ਉਸ ਨਾਮ ਦੇ ਨਾਲ ਜੁੜਨ 'ਤੇ ਅਜਾਮਲ, ਗਣਕਾ ਜਾਂ ਦ੍ਰੋਪਦੀ ਨੂੰ ਜਿਹੜਾ ਸੀ ਸੁੱਖ ਮਿਲਿਆ ਸੀਗਾ। ਸਾਧੂਆਂ ਨੇ ਇਹ ਰਾਮ ਨਾਮ ਦਾ ਸ਼ਬਦ ਤਾਂ ਉਹਨਾਂ ਨੂੰ ਦਿੱਤਾ ਹੀ ਸੀ, ਪਰ ਰਾਮ ਨਾਮ ਦੁਆਰਾ ਅੰਦਰਲੇ ਸ਼ਬਦ ਦਾ ਭੇਦ ਦੇ ਦਿੱਤਾ ਸੀਗਾ ਵੀ ਤੁਸੀਂ ਜਿਹੜਾ ਜਾਪ ਕਰਕੇ ਜਿਹੜਾ ਤੁਹਾਡੇ ਅੰਦਰ ਸ਼ਬਦ ਚੱਲਦਾ ਹੈ, ਜਿਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸ਼ਬਦ ਗੁਰੂ ਦਾ ਨਾਮ ਦਿੱਤਾ ਹੈ, ਸ਼ਬਦ ਗੁਰੂ ਸੁਰਤ ਤੁਹਾਨੂੰ ਚੇਲਾ ਕਿਹਾ ਹੈ, ਜਾਂ ਗੁਰਬਾਣੀ ਵਿੱਚ ਆਉਂਦਾ ਹੈ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਾਂ ਆਪਾਂ ਅੱਗੇ ਵਿਚਾਰ ਕੀਤੀ ਇਹ ਸ਼ਬਦ ਦੀ। ਮਹਾਰਾਜ ਕਹਿੰਦੇ ਨੇ ਇਹ ਉਸ ਨਾਮ ਦੇ ਨਾਲ ਜਿਹੜਾ ਫਿਰ ਚਾਰੇ ਵਰਨਾਂ ਦੇ ਵਿੱਚ ਚੱਲਦਾ ਹੈ। ਜਦੋਂ ਇਸ ਸੂਖਮ ਨਾਮ ਦੀ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਇਹਦੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੀਤੀ ਘਰ ਘਰ ਦੇ ਵਿੱਚ ਜਾ ਕੇ, ਸ੍ਰਿਸ਼ਟੀ ਦੇ ਵਿੱਚ ਜਾ ਕੇ। ਅਤੇ ਉਦੋਂ ਫਿਰ ਉਹਨਾਂ ਦੀ ਗੱਲ ਦੇ ਨਾਲ ਜਿਹੜਾ ਸੀ ਇੱਕ ਹਿੰਦੂ, ਇੱਕ ਮੁਸਲਮਾਨ, ਇੱਕ ਚੀਨੀ, ਇੱਕ ਸ਼੍ਰੀਲੰਕਾ ਵਿੱਚ ਰਹਿਣ ਵਾਲਾ, ਰਸ਼ੀਆ 'ਚ ਰਹਿਣ ਵਾਲਾ, ਅਲੱਗ-ਅਲੱਗ ਵਰਨ ਜਾਤਾਂ ਮਜ਼ਹਬਾਂ ਦੇਸ਼ ਵਿਦੇਸ਼ਾਂ ਦੇ ਲੋਕ ਸਹਿਮਤ ਹੋ ਗਏ। ਕਿਉਂਕਿ ਚਾਹੇ ਉਹਨਾਂ ਦੀ ਭਾਸ਼ਾ ਕਰਕੇ ਕੋਈ ਵੀ ਸੀਗਾ, ਜਿਹੜਾ ਉਹਨਾਂ ਦਾ ਸਿੱਖ ਬਣਦਾ ਭਾਸ਼ਾ ਕਰਕੇ, ਵੇਸ਼ ਭੂਸ਼ਾ ਕਰਕੇ ਕੋਈ ਵੀ ਸੀ, ਪਰ ਕਿਉਂਕਿ ਇਹ ਜਿਹੜਾ ਧੁਨਾਤਮਕ ਨਾਮ ਹੈ ਇਹ ਕੁਦਰਤੀ ਤੌਰ 'ਤੇ ਸਾਰਿਆਂ ਦੇ ਵਿੱਚ, ਕਿਉਂਕਿ ਨਾਮ ਦੁਆਰਾ ਹੀ ਸਾਰੇ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਹੋਈ ਹੈ। ਅਤੇ ਜਦੋਂ ਉਹ ਅੰਦਰ ਗੁਪਤ ਨਾਮ ਦੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਗੁਪਤ ਜੋਤ ਦੀ ਗੱਲ ਜਦੋਂ ਸੱਚੇ ਪਾਤਸ਼ਾਹ ਨੇ ਮੈਸੇਜ ਦੇ ਰੂਪ ਦੇ ਵਿੱਚ ਸਾਰਿਆਂ ਦੇ ਵਿੱਚ ਫੈਲਾਈ, ਅਤੇ ਸਾਰੇ ਗੱਲ ਨਾਲ ਸਹਿਮਤ ਹੋ ਕੇ ਅਤੇ ਉਸ ਮਾਰਗ ਦੇ ਉੱਪਰ ਚੱਲੇ, ਜਿਹਨੂੰ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਹਿਆ। ਨਾਮ ਰਤਨ ਤਿੰਨਾਂ ਹਿਰਦੇ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਿਆ। ਵੀ ਜਿਹੜਾ ਗੁਪਤ ਨਾਮ ਹੈ ਉਹ ਘਟ ਘਟ ਦੇ ਵਿੱਚ ਵਰਤਦਾ ਪਿਆ, ਪਰ ਉਹ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੁੰਦਾ ਹੈ, ਉਹਨਾਂ ਦੇ ਅੰਤਰਗਤ ਪ੍ਰਗਟ ਹੁੰਦਾ ਹੈ ਜੋ ਗੁਰੂ ਦੀ ਸ਼ਰਨ ਵਿੱਚ ਜਾਂਦੇ ਨੇ, ਸਾਧੂਆਂ ਦੀ ਸ਼ਰਨ ਵਿੱਚ, ਸੰਤਾਂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ। ਫਿਰ ਉਹ ਸੁੱਖਾਂ ਦਾ ਦਾਤਾ ਹੈ, ਅਤੇ ਜਿਸ ਜਿਸ ਦੇ ਅੰਦਰ ਉਹ ਨਾਮ ਪ੍ਰਗਟ ਹੁੰਦਾ ਜਾਂਦਾ ਹੈ, ਨਾਮ ਨੂੰ ਸੁਣਨ 'ਤੇ ਸੁਖਮ ਮਨ, ਸੁਖਮ ਪ੍ਰਕਾਸ਼ ਦੇ ਵਿੱਚ ਬੈਠ ਕੇ ਉਹ ਸੂਖਮ ਅੰਮ੍ਰਿਤ ਜਿਹੜਾ ਲੈਂਦਾ ਜਾਂਦਾ ਹੈ, ਉਹ ਸੂਖਮ ਜੋਤ ਦੀ ਪਹਿਚਾਣ ਕਰਦਾ ਜਾਂਦਾ ਹੈ। ਉਹਨਾਂ ਦੀ ਮੱਤ ਇੱਕ ਹੁੰਦੀ ਜਾਂਦੀ ਹੈ, ਸ਼ਾਂਤੀ ਆਉਂਦੀ ਜਾਂਦੀ ਹੈ, ਅਤੇ ਮਾਇਆ ਦੇ ਵਿੱਚ ਰਹਿੰਦਿਆਂ ਉਦਾਸੀ, ਭਾਵ ਕਿ ਵਿਚਾਰਾਂ ਤੋਂ ਉਦਾਸੀ, ਅਤੇ ਕਲਯੁਗ ਦੇ ਵਿੱਚ ਜਿਹੜਾ ਹੈ ਉਹ ਸਤਿਯੁਗ ਪ੍ਰਗਟ ਹੁੰਦਾ ਜਾਂਦਾ ਹੈ। ਕਲ ਤਾਤੀ ਠੰਡਾ ਹਰਨਾਉ, ਤੱਤੇ ਕਲਯੁਗ ਦੇ ਵਿੱਚ ਠੰਡਾ ਨਾਮ ਪ੍ਰਗਟ ਹੁੰਦਾ ਜਾਂਦਾ ਹੈ। ਜਦੋਂ ਠੰਡਾ ਨਾਮ ਪ੍ਰਗਟ ਹੁੰਦਾ ਹੈ ਤਾਂ ਠੰਡਕ ਸਾਡੇ ਅੰਦਰ ਪੈ ਜਾਂਦੀ। ਫਿਰ ਉਹ ਨਾਮ ਜਿਨ੍ਹਾਂ ਦੇ ਅੰਦਰ ਪ੍ਰਗਟ ਹੈ, ਉਹਨਾਂ ਦੀ ਰੱਖਿਆ ਸੱਚੇ ਪਾਤਸ਼ਾਹ ਫਿਰ ਜਿਹੜੀ ਆ ਉਹ ਆਪ ਕਰਦੇ ਆ, ਆਪ ਉਹਨਾਂ ਦਾ ਜਿਹੜਾ ਸਾਥ ਫਿਰ ਆ ਕੇ ਦਿੰਦੇ ਆ, ਆਪ ਉਹਨਾਂ ਦੇ ਜਿਹੜੀ ਆ ਲੋੜ ਪੈਣ 'ਤੇ
ਜਿੱਥੇ ਵੀ ਉਹਨਾਂ ਦੀ ਉਹਨਾਂ ਨੂੰ ਲੋੜ ਹੁੰਦੀ ਹੈ ਅਤੇ ਆਪ ਉਹਨਾਂ ਦੀ ਆ ਕੇ ਰੱਖਿਆ ਕਰਦੇ ਆ। ਪਰ ਇਹ ਰੱਖਿਆ ਦਾ ਹਿਸਾਬ ਅਸੀਂ ਇੱਥੋਂ ਹੀ ਨਹੀਂ ਕਹਿ ਸਕਦੇ ਵੀ ਤਨ ਕਰਕੇ, ਕਿਤੇ ਉਹਨਾਂ ਦੀ ਮਨ ਕਰਕੇ ਰੱਖਿਆ ਕੀਤੀ ਆ, ਕਿਤੇ ਉਹਨਾਂ ਦੀ ਤਨ ਕਰਕੇ ਵੀ ਰੱਖਿਆ ਕੀਤੀ ਆ। ਇਹ ਅਕਾਲ ਪੁਰਖ ਦੇ ਆਪ ਦੇ ਨਿਯਮ ਦੇ ਉੱਪਰ ਹੁੰਦਾ ਹੈ। ਜਦੋਂ ਉਹਨਾਂ ਨੇ ਭਗਤਾਂ ਤੋਂ ਤਨ ਕਰਕੇ ਸ਼ਹੀਦੀਆਂ ਦਿਵਾਉਣੀਆਂ ਨੇ, ਇਹ ਵੀ ਉਹਨਾਂ ਦਾ ਆਪ ਦਾ ਹੁਕਮ ਹੈ। ਅਤੇ ਜਦੋਂ ਚੱਲਦੇ ਹੁਕਮ ਦੇ ਵਿੱਚ ਉਹਨਾਂ ਨੇ ਭਗਤਾਂ ਦੀ ਆ ਕੇ ਰੱਖਿਆ ਕਰਨੀ ਹੈ, ਇਹ ਵੀ ਉਹਨਾਂ ਦਾ ਆਪ ਦਾ ਨਿਯਮ ਹੈ। ਇਹ ਸੱਚੇ ਪਾਤਸ਼ਾਹ ਖੇਲ ਅਤੇ ਕਲਾ ਆਪ ਵਰਤਾਉਂਦੇ ਨੇ, ਕਿਉਂਕਿ ਸੰਸਾਰ ਦੇ ਵਿੱਚ ਹਰ ਇੱਕ ਜੀਵ ਹੋਇਆ ਜਿਹੜਾ ਨਿਰੰਕਾਰ ਦੇ ਵਿੱਚੋਂ ਹੀ ਪ੍ਰਗਟ ਆ, ਉਹ ਸਾਰਾ ਸੂਖਮ ਦੇ ਵਿੱਚੋਂ ਹੀ ਪ੍ਰਗਟ ਹੋਇਆ ਹੈ। ਪਰ ਇਹਨੂੰ ਚਲਾਉਣ ਦਾ ਤਰੀਕਾ, ਨਿਯਮ, ਸਜ਼ਾ, ਦੋਸ਼, ਵਡਿਆਈਆਂ, ਇਹ ਸੱਚੇ ਪਾਤਸ਼ਾਹ ਆਪ ਦੇ ਨਿਯਮ ਦੇ ਵਿੱਚ ਚਲਾਉਂਦੇ ਪਏ ਨੇ। ਪਰ ਸਭ ਤੋਂ ਉੱਤਮ ਦੱਸਿਆ ਵੀ ਜਿਹਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ, ਉਹ ਸੂਖਮ ਰੂਪ ਦੇ ਵਿੱਚ ਉਹਦਾ ਮਨ ਪ੍ਰਵਾਨ ਹੋ ਕੇ ਅਤੇ ਪਾਤਸ਼ਾਹੀਆਂ ਪ੍ਰਾਪਤ ਕਰ ਜਾਂਦਾ ਹੈ। ਦੁਨਿਆਵੀ ਸਟੈਂਡਰਡ ਚਾਹੇ ਉਹਦਾ ਗਰੀਬੀ ਦਾ ਹੈ, ਚਾਹੇ ਦੁਨਿਆਵੀ ਸਟੈਂਡਰਡ ਉਹਦਾ ਕੋਈ ਇੱਥੇ ਦੁਨਿਆਵੀ ਤੌਰ 'ਤੇ ਉਹਦਾ ਜਾਤ, ਵਰਨ, ਮਜ਼ਹਬ ਬਹੁਤ ਨੀਚ ਹੈ, ਚਾਹੇ ਉਹਦੇ ਕੋਲ ਗਰੀਬੀ ਹੈ, ਚਾਹੇ ਉਹਦੇ ਨਾਲ ਉਹਨੂੰ ਕੋਈ ਜਾਣਦਾ ਜਾਂ ਨਹੀਂ ਜਾਣਦਾ, ਪਰ ਉਹਨੂੰ ਮਨ ਕਰਕੇ ਅਵਿਨਾਸੀ ਰਾਜ ਦੇ ਕੇ, ਮਨ ਕਰਕੇ ਖਾਲਸਾ ਸਾਜ ਕੇ ਮਾਲਕ ਉਹਨੂੰ ਸਾਰੇ ਸੁੱਖ ਦਿੰਦੇ ਨੇ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਉਹ ਨਾਮ ਦਾ ਤੁਸੀਂ ਪ੍ਰਾਪਤੀ ਕਰੋ ਜਿਹੜਾ ਸੁਣਨ ਵਿੱਚ ਆਉਂਦਾ ਹੈ, ਪਰ ਪੜ੍ਹਨ, ਲਿਖਣ, ਬੋਲਣ ਦੇ ਵਿੱਚ ਨਹੀਂ ਆਉਂਦਾ। ਅਤੇ ਉਹ ਇਸ ਸਰੀਰ ਵਿੱਚ ਨਹੀਂ, ਇਹ ਜਲ ਦੇ ਸਰੀਰ 'ਚ ਨਹੀਂ, ਗੁਰਮਤਿ ਦੁਆਰਾ ਇਸ ਜਲ ਦੇ ਸਰੀਰ ਨੂੰ ਪਾਰ ਕਰਕੇ, ਭਾਵ ਕਿ 9 ਦਰਵਾਜ਼ਿਆਂ ਤੋਂ ਉੱਪਰ ਉੱਠ ਕੇ, 9 ਦਰਵਾਜ਼ੇ ਭਾਵ ਕਿ ਇੱਧਰ ਦੇ ਗਿਆਨ ਇੰਦਰੀਆਂ ਨੂੰ, ਇੱਧਰ ਦੇ ਕਰਮ ਇੰਦਰੀਆਂ ਨੂੰ ਛੱਡ ਕੇ ਸੁਰਤ ਰੂਪ ਧਾਰਨ ਹੋ ਕੇ ਤੁਸੀਂ ਅੰਤਰਗਤ ਜਦੋਂ ਸਮਾਧ ਲਾਓਗੇ, ਅਤੇ ਜਿਵੇਂ ਤੁਹਾਨੂੰ ਇਹ ਪਹਿਲੋਂ ਸ਼ਬਦ ਸੁਣਦੇ ਨੇ, ਇਸੇ ਤਰੀਕੇ ਹੀ ਉਹ ਲਗਾਤਾਰ ਇੱਕ ਧੁਨ ਜਿਹੜੀ ਹੈ ਇਹਨਾਂ ਸ਼ਬਦਾਂ ਤੋਂ ਉੱਪਰ ਇੱਕ ਰੂਪ ਹੋ ਕੇ ਵੱਜਦੀ ਪਈ ਹੈ। ਅਤੇ ਉੱਥੋਂ ਉਹ ਕਿੱਥੇ ਵੱਜਦੀ ਪਈ ਹੈ? ਚੌਤਰਫਾ ਤੁਹਾਡੇ ਪਾਸੇ ਪ੍ਰਕਾਸ਼ ਹੈ, ਅਤੇ ਪ੍ਰਕਾਸ਼ ਦੇ ਵਿੱਚੋਂ ਧੁਨ ਵੀ ਵੱਜਦੀ ਪਈ ਹੈ, ਅਤੇ ਨਾਲ ਪਵਨ ਵੀ ਮਹਿਸੂਸ ਹੋਏਗੀ। ਚੌਤਰਫੇ ਪ੍ਰਕਾਸ਼ ਦੇ ਵਿੱਚ ਚਾਰੇ ਪਾਸੇ ਚੌਗਿਰਦ ਜਿਹੜਾ ਹੈ ਮਾਲਕ ਦੇ ਦਰਸ਼ਨ, ਅਤੇ ਵਿੱਚੋਂ ਧੁਨ ਅਤੇ ਪਾਉਣ ਦੇ ਮਹਿਸੂਸ ਹੋਣਗੀਆਂ। ਪਾਉਣ ਵੀ ਮਹਿਸੂਸ ਹੋਏਗੀ, ਧੁਨ ਵੀ ਮਹਿਸੂਸ ਹੋਏਗੀ। ਉੱਥੇ ਫਿਰ ਗੁਰਮੁਖ ਪ੍ਰੈਕਟੀਕਲ ਵੀ ਕਰਕੇ ਦੇਖਦੇ ਨੇ ਵੀ ਆਹ ਨਾਮ ਨਿਰੰਜਨ ਹੈ। ਨਿਰੰਜਨ ਦੇ ਵਿੱਚੋਂ ਜਿਹੜੀ ਧੁਨ ਨਿਕਲੀ ਉਹਨੂੰ ਸ਼ਬਦ ਗੁਰੂ ਕਹਿ ਦਿੱਤਾ, ਅਤੇ ਜਿਹੜੀ ਉਹਦੇ ਵਿੱਚੋਂ ਇਹ ਜਿਹਨੂੰ ਆਪਾਂ ਕੋਈ ਹਵਾ, ਕੋਈ ਏਅਰ ਅਤੇ ਕੋਈ ਵਾਹ, ਅਲੱਗ-ਅਲੱਗ ਭਾਸ਼ਾ 'ਚ ਕਹਿ ਦਿੰਦਾ, ਜਿਹੜਾ ਇਹ ਓਬਜੈਕਟ ਨਿਕਲਿਆ ਇਹਨੂੰ ਪਵਨ ਗੁਰੂ ਕਹਿ ਦਿੱਤਾ। ਇਹ ਸ਼ਬਦ ਗੁਰੂ ਅਤੇ ਪਵਨ ਗੁਰੂ, ਇਹ ਸੂਖਮ ਅਤੇ ਅਸਥੂਲ। ਜਿਹੜਾ ਸੂਖਮ ਹੈ ਉਹ ਸ਼ਬਦ ਗੁਰੂ, ਧੁਨ ਜਿਹੜੀ ਪ੍ਰਕਾਸ਼ ਦੇ ਵਿੱਚੋਂ ਨਿਕਲਦੀ ਪਈ ਹੈ, ਧੁਨ ਜੋ ਪ੍ਰਕਾਸ਼ ਵਿੱਚੋਂ ਨਿਕਲ ਰਹੀ ਹੈ, ਉਹ ਸੂਖਮ ਉਹਦੇ ਉੱਪਰ ਪ੍ਰਗਟ ਕਰ ਦਿੱਤਾ ਗਿਆ, ਅਤੇ ਪਵਨ ਗੁਰੂ ਦੇ ਉੱਪਰ ਸਾਰਾ ਅਸਥੂਲ ਪ੍ਰਗਟ ਕਰ ਦਿੱਤਾ ਗਿਆ। ਅਤੇ ਇਸ ਕਰਕੇ ਇਹ ਸਾਰੀ ਦੋਨਾਂ ਜਿਹੜੇ ਖਜ਼ਾਨਿਆਂ ਦੀ ਚਾਬੀ ਗੁਰੂ ਕੋਲ ਹੈ। ਕਾਲ ਨੂੰ ਸਿਰਫ ਪਵਨ ਦਾ ਖਜ਼ਾਨਾ ਦਿੱਤਾ, ਅਤੇ ਗੁਰੂ ਦੇ ਕੋਲ ਮੁਸਤੈਦੀ ਜਿਹੜੀ ਹੈ ਉਹ ਨਾਮ ਦੇ ਖਜ਼ਾਨੇ ਦੀ ਤਾਂ ਹੈਗੀ ਹੈ, ਪਰ ਪਵਨ ਦੇ ਖਜ਼ਾਨੇ ਦੇ ਵਿੱਚ ਵੀ ਗੁਰੂ ਆਪ ਦੀ ਪਾਵਰ ਦਾ ਇਸਤੇਮਾਲ ਕਰਕੇ ਕਾਲ ਦਾ ਨੌਕਰ ਬਣਾਇਆ ਅਤੇ ਹੇਰ ਫੇਰ ਕਰ ਸਕਦਾ, ਭਾਵ ਕਿ ਲੈਣ ਦੇਣ ਕਰ ਸਕਦਾ। ਇਸ ਕਰਕੇ ਜਿਹੜਾ ਇਹ ਹੁੰਦਾ ਨਿਰੰਕਾਰ ਦੇ ਵਿੱਚੋਂ ਇਹ, ਪਰ ਜਿਹੜਾ ਇਹ ਅਸਥੂਲ ਜਿਹੜੀ ਹੈ ਪਾਉਣ ਦੇ ਵਿੱਚ ਪ੍ਰਗਟ ਹੋਈ ਹੈ, ਅਤੇ ਇਸ ਕਰਕੇ ਅਸਥੂਲ ਗਿਆਨ ਪ੍ਰਾਪਤ ਕਰਕੇ ਜਾਂ ਪਵਨ ਦਾ ਦੇਸ਼, ਪਵਨ ਦੀ ਇਹ ਕੁਦਰਤ ਨੂੰ ਅਸੀਂ ਦੇਖ ਕੇ ਸਾਡੇ ਮਤ ਦ੍ਰਿੜ ਹੋ ਗਈ ਹੈ। ਇਸ ਕਰਕੇ ਅਸੀਂ ਸ਼ਬਦ ਗੁਰੂ ਸਾਡੇ ਵਿੱਚ ਗੁਪਤ ਹੋ ਚੁੱਕਿਆ ਹੈ, ਉਹਦੀ ਆਵਾਜ਼ ਧੁਨ ਸਾਨੂੰ ਸੁਣਦੀ ਨਹੀਂ। ਅਤੇ ਜਦੋਂ ਅਸੀਂ ਗੁਰੂ ਸਾਧੂਆਂ ਦੇ, ਸੰਤਾਂ ਦੇ, ਮਹਾਂਪੁਰਸ਼ਾਂ ਦੇ ਕੋਲ ਜਾਂ ਭਾਵ ਆਪਾਂ ਕਹੀਏ ਵੀ ਗੁਰਬਾਣੀ ਗੁਰੂ ਨੂੰ ਜਿੰਨੀ ਦੇਰ ਤੱਕ ਖੋਜਦੇ ਨਹੀਂ, ਉਹ ਖਜ਼ਾਨਾ ਅੰਦਰੋਂ ਪ੍ਰਗਟ ਨਹੀਂ ਹੁੰਦਾ। ਜਿਹੜਾ ਗੁਪਤ ਨਾਮ ਹੈ ਉਹ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ, ਉਹ 10ਵਾਂ ਘਰ ਖੁੱਲ੍ਹਦਾ ਨਹੀਂ। ਅਤੇ ਜਦੋਂ ਉਹ ਖੁੱਲ੍ਹ ਜਾਏਗਾ, ਉੱਥੋਂ ਨਾਮ ਧੁਨ ਉਹ ਚੱਲ ਪਏਗੀ, ਫਿਰ ਸਾਰੀ ਕੁਦਰਤ ਦਾ ਨਿਯਮ ਪ੍ਰਗਟ ਹੋ ਕੇ ਸਾਹਮਣੇ ਆ ਜਾਂਦਾ ਵੀ ਇਹ ਦੁੱਖ ਸੁੱਖ ਕਿੱਥੋਂ ਬਣਿਆ, ਮਾਨ ਅਪਮਾਨ ਕਿੱਥੇ ਬਣਿਆ, ਜਨਮ ਅਤੇ ਮਰਨ ਦਾ ਕੀ ਕਨਸੈਪਟ ਹੈ, ਫਿਰ ਉੱਥੋਂ ਖੇਲ ਸਮਝ ਆਉਂਦੀ ਹੈ। ਇਸ ਕਰਕੇ ਜਦੋਂ ਅਸੀਂ ਸੂਖਮ ਅਤੇ ਅਸਥੂਲ ਦਾ ਭੇਤ ਨਹੀਂ ਸਮਝਦੇ, ਇਕੱਲਾ ਉਵੇਂ ਗੁਰਬਾਣੀ ਨੂੰ ਖੋਜਾਂਗੇ, ਅਤੇ ਫਿਰ ਤਾਂ ਸਾਡਾ ਮਨ ਜਿਹੜਾ ਉਲਝ ਜਾਂਦਾ ਹੈ। ਪਰ ਜਦੋਂ ਪ੍ਰੈਕਟੀਕਲ ਕਰਦੇ ਹਾਂ, ਫਿਰ ਬਾਣੀ ਨੂੰ ਖੋਜਦੇ ਹਾਂ, ਫਿਰ ਸਾਨੂੰ ਬਾਣੀ ਉਲਝਾਉਂਦੀ ਨਹੀਂ, ਸਾਡੇ ਮਨ ਨੂੰ ਸੌਖਾ ਕਰ ਦਿੰਦੀ ਹੈ। ਹੁਣ ਇਸੇ ਤਰੀਕੇ ਫਿਰ ਜਦੋਂ ਗੁਰਮੁਖਾਂ ਨੇ ਅੰਦਰੋਂ ਨਾਮ ਦੀ ਪ੍ਰਾਪਤੀ ਕਰਕੇ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਨੇ ਵੇਖਿਆ, ਅਤੇ ਫਿਰ ਉਹਨਾਂ ਵੇਖਿਆ ਵੀ ਇਹ ਤਾਂ ਸਾਰਾ ਖੇਲ
ਜਿਹੜੇ ਆ ਜਿਵੇਂ ਨਟੂਆ ਹੁੰਦਾ ਹੈ, ਭਾਵ ਕਿ ਜਿਵੇਂ ਆਮ ਤੌਰ 'ਤੇ ਪਹਿਲੋਂ ਆਪਣੇ ਪਿੰਡਾਂ ਦੇ ਵਿੱਚ ਵੀ ਆਪਾਂ ਬਾਜੀਗਰ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ, ਵੀ ਉਹ ਭੇਖ ਧਾਰ ਕੇ ਖੇਡ ਕਰਕੇ ਵਿਖਾਉਂਦੇ ਹੁੰਦੇ ਸੀਗੇ, ਖੇਡਾਂ ਕਰਕੇ ਵਿਖਾਉਂਦੇ ਸੀ, ਜਾਂ ਕਠਪੁਤਲੀਆਂ ਨਚਾਉਣ ਵਾਲੇ ਆਉਂਦੇ ਹੁੰਦੇ ਸੀਗੇ। ਉਹਨੇ ਵੇਖਿਆ ਵੀ ਇਹ ਤਾਂ ਸੂਖਮ ਸ਼ਬਦ ਵਿੱਚੋਂ ਪ੍ਰਗਟ ਕੀਤਾ ਹੈ, ਅਸਥੂਲ ਜਿਹੜਾ ਪਵਨ 'ਚੋਂ ਪ੍ਰਗਟ ਕੀਤਾ ਹੈ, ਅਤੇ ਦੋਨਾਂ ਦਾ ਸੋਮਾ ਨਿਰੰਕਾਰ 'ਚੋਂ ਹੈ, ਅਤੇ ਦੋਨਾਂ ਦਾ ਜਿਹੜਾ ਹੁਕਮ ਹੈ ਉਹਨਾਂ ਨੇ ਆਪਦੇ ਹੱਥ ਵਿੱਚ ਰੱਖ ਲਿਆ, ਅਤੇ ਇਨਸਾਨ ਦੇ ਵੱਸ ਤਾਂ ਕੁਛ ਵੀ ਨਹੀਂ। ਅਤੇ ਇਨਸਾਨ ਦੇਖੋ ਵੀ ਇਹ ਕਿਸ ਤਰੀਕੇ ਰਿਜ਼ਕ ਲੈ ਕੇ ਮਾਲਕ ਤੋਂ ਅਤੇ ਆਪਦੀ ਹਉਮੈ ਜਤਾਉਂਦਾ ਪਿਆ, ਔਰ ਹਾਲਾਂਕਿ ਹਰੇਕ ਜੀਵ ਨੂੰ ਪਤਾ ਹੈ ਕਿ ਮੇਰੇ ਮੁਤਾਬਕ ਨਹੀਂ ਚੱਲਦਾ, ਪਰ ਫਿਰ ਵੀ ਝੂਠੀ ਹਉਮੈ। ਅਤੇ ਉਹਨਾਂ ਵੇਖਿਆ ਵੀ ਵੱਡੀਆਂ ਪਾਤਸ਼ਾਹੀਆਂ, ਵੱਡੇ ਰਸ ਭੋਗਣ ਵਾਲੇ ਜੀਵ ਜਿਹੜੇ ਨੇ ਸੰਸਾਰ ਦੇ ਵਿੱਚ ਇੰਨੀਆਂ ਦਾਤਾਂ ਮਾਲਕ ਦੇ ਕੋਲੋਂ ਲਿਆ ਕੇ, ਅਤੇ ਕਿਵੇਂ ਮਾਲਕ ਦੇ ਨਾਲ ਲੂਣ ਹਰਾਮੀ ਕਰਕੇ ਅਤੇ ਮੁੱਕਰ ਕੇ ਅਤੇ ਆਕੀ ਹੋ ਕੇ ਮਾਲਕ ਤੋਂ ਇੱਥੇ ਰਸ ਭੋਗ ਕੇ ਅਤੇ ਫਿਰ ਬਤੌਰ ਸਜਾ ਦੇ ਵਿੱਚ ਅਗਨ ਦੇ ਵਿੱਚ ਜਾਲੇ ਜਾ ਰਹੇ। ਜਾਂ ਗਿਆਨਤਾ ਵਸ ਜਿਹੜੇ ਸੰਤ, ਜਿਨ੍ਹਾਂ ਨੂੰ ਸੰਤ ਨਹੀਂ ਗੁਰਬਾਣੀ ਵਿੱਚ ਅਸੰਤ ਅਨਾੜੀ ਕਿਹਾ, ਜੋ ਦਾਤਾ ਮਾਲਕ ਤੋਂ ਲੈ ਕੇ ਫਿਰ ਆਪ ਦੇ ਵੱਲ ਪ੍ਰੇਰਦੇ ਨੇ। ਜਾਂ ਗਿਆਨਤਾ ਵਸ ਜੀਵ ਜਿਹੜੇ ਇੱਧਰ ਦੀਆਂ ਪਾਤਸ਼ਾਹੀਆਂ ਮਾਲਕ ਤੋਂ ਲੈ ਕੇ ਫਿਰ ਆਪ ਦੇ ਵੱਲ ਪ੍ਰੇਰਦੇ ਨੇ, ਐਸੇ ਜੀਵ ਫਿਰ ਮਾਲਕ ਨੂੰ ਨਹੀਂ ਪਾਉਂਦੇ, ਜਿਹਨੂੰ ਕਹਿੰਦੇ ਰਸ ਭੋਗਣ ਪਾਤਸ਼ਾਹੀਆਂ, ਦੁੱਖ ਸੁੱਖ ਸੰਘਾਰਾ, ਮੋਟਾ ਨਾਉ ਧਰਾਈਐ, ਗਲ ਔਗਣ ਭਾਰਾ, ਮਾਨਸ ਦਾਤ ਨਾ ਹੋਵਈ, ਤੂੰ ਦਾਤਾ ਸਾਰਾ। ਕਹਿੰਦੇ ਇੱਥੇ ਆ ਕੇ ਪਾਤਸ਼ਾਹੀਆਂ ਰਸ ਭੋਗਦੇ ਨੇ, ਪਰ ਜਿਹੜਾ ਮੋਟਾ ਨਾਉ, ਪਰ ਜਿਹੜੀ ਵਡਿਆਈ ਹੈ, ਜਿਹੜੀ ਪ੍ਰੈਜੈਂਟੇਸ਼ਨ ਹੈ, ਜਿਹੜੀ ਜਿਹੜਾ ਹੈ ਪ੍ਰਚਾਰ ਹੈ, ਉਹ ਆਪ ਦੇ ਨਾਮ ਦਾ ਕਰਦੇ ਨੇ। ਵੀ ਕਹਾਣੀ ਹੈ ਵੀ ਦਾਤ ਜਦੋਂ ਮਾਲਕ ਦੀ ਹੈ, ਅਤੇ ਅਸੀਂ ਸਿਰਫ ਇੱਕ ਸੱਚੇ ਪਾਤਸ਼ਾਹ ਦੇ ਗੁਣ ਗਾਉਣੇ ਨੇ। ਮਾਲਕ ਆਪ ਜਿਹੜੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਕੇ ਮਾਲਕ ਦੇ ਨਾਲ ਉਹਨੂੰ ਜੋੜਨਾ ਹੁੰਦਾ। ਅਤੇ ਮੋਟਾ ਨਾਉ ਧਰਾਈ ਹੈ, ਗਲ ਔਗਣ ਭਾਰਾ। ਪਰ ਜੇ ਕਹਿੰਦੇ ਜੇ ਆਪ ਦੇ ਉੱਪਰ ਤੁਸੀਂ ਦਾਤਾਂ ਨੂੰ ਲੈ ਕੇ ਜਾਂ ਆਪ ਦੀ ਹਉਮੈ ਵੱਸ ਆ ਕੇ, ਆਪ ਦੇ ਵੱਸ ਪਾ ਕੇ ਦੂਸਰਿਆਂ ਨੂੰ ਤੁਸੀਂ ਆਪ ਦੇ ਨਾਲ ਜੋੜੋਗੇ, ਅਤੇ ਫਿਰ ਕਹਿੰਦੇ ਭਾਰੇ ਔਗਣ ਹੋ ਜਾਂਦੇ ਨੇ। ਕਿਉਂਕਿ ਇਹ ਜਿਹੜਾ ਮਾਇਆ ਦਾ ਖੇਲ ਹੈ, ਅਸਥੂਲ ਦਾ ਖੇਲ ਹੈ, ਇਹ ਜਿਹੜਾ ਹੈ ਨਾਸ਼ਵਾਨ ਹੈ। ਅਤੇ ਜਦੋਂ ਇਹਦੇ ਨਾਲੋਂ ਸੂਖਮ ਜੋਤ ਅਲੱਗ ਹੋਏਗੀ, ਫਿਰ ਸੂਖਮ ਦੀ ਜਿਹੜੀ ਕੌਨਸਟੀਟਿਊਸ਼ਨ ਹੈ ਉਹਦੇ ਵਿੱਚੋਂ ਕੋਈ ਵੀ ਨਹੀਂ ਭੱਜ ਸਕਦਾ। ਦੁਨਿਆਵੀ ਤੌਰ 'ਤੇ ਦੇਸ਼ਾਂ ਦਾ ਅਲੱਗ-ਅਲੱਗ ਨਿਯਮ ਨੇ, ਰੂਲ ਨੇ, ਇੱਥੇ ਕੋਰਟਾਂ ਕਚਹਿਰੀਆਂ ਥਾਣੇ ਨੇ, ਪਰ ਜਿਹੜਾ ਕੁਦਰਤ ਦਾ ਕਾਨੂੰਨ ਜਾਂ ਕੁਦਰਤ ਦੀ ਜਿਹੜੀ ਸਭਾ ਹੈ, ਜਾਂ ਜਿਹੜੀ ਕੁਦਰਤ ਦੀ ਦਰਗਾਹ ਹੈ, ਜਿੱਥੇ ਸੂਖਮ ਜੋਤਾਂ ਜਿੱਥੋਂ ਪ੍ਰਗਟ ਕਰਕੇ ਕੁਦਰਤ ਨੇ ਅਤੇ ਇੱਧਰ ਭੇਜ ਕੇ ਸੰਜੋਗ ਬਣਾ ਕੇ ਵਾਪਸ ਜਿਹੜੀ ਅਲਾਟਮੈਂਟ ਸਾਰੀ ਹੁੰਦੀ ਪਈ ਹੈ, ਜਿਹਨੂੰ ਜੰਮਪੁਰ ਕਿਹਾ ਗਿਆ ਜਾਂ ਦਰਗਾਹ ਕਿਹਾ, ਧਰਮਰਾਜ ਕਿਹਾ, ਉਹ ਜਦੋਂ ਉਦੋਂ ਤੁਹਾਨੂੰ ਪਛਾਣ ਹੋਏਗੀ ਜਦੋਂ ਤੁਸੀਂ ਸੂਖਮ ਦੇ ਵਿੱਚ ਜਾ ਕੇ ਦੇਖੋਗੇ, ਉਸ ਦਰਗਾਹ ਵਿੱਚੋਂ ਫਿਰ ਨਹੀਂ ਕੋਈ ਬਚ ਸਕਦਾ। ਫਿਰ ਵੱਡੇ ਇੱਥੇ ਸ਼ਾਹ ਪਾਤਸ਼ਾਹ ਅਤੇ ਜਾਂ ਇੱਥੇ ਦੁਨਿਆਵੀ ਤੌਰ 'ਤੇ ਆਪਦੇ ਆਪ ਨੂੰ ਚੰਗੇ ਰਹੀਸ ਜੋ ਦਾਤਾਂ ਲੈ ਕੇ ਮੁੱਕਰਦੇ ਨੇ, ਅਤੇ ਉਹ ਜਦੋਂ ਖੇਲ ਸਮਾਪਤ ਹੁੰਦਾ ਹੈ ਸਵਾਸਾਂ ਦਾ, ਅਤੇ ਉਹਨਾਂ ਨੂੰ ਫਿਰ ਉੱਥੇ ਜਾ ਕੇ ਫਿਰ ਜਿਹੜਾ ਹੈ ਬੇਇੱਜ਼ਤ ਕਰਕੇ ਅਤੇ ਸੂਖਮ ਤਸ਼ੱਦਦ, ਸੂਖਮ ਮਨ ਦੇ ਉੱਪਰ ਸੂਖਮ ਮਗਨ, ਸੂਖਮ ਤੱਤਾਂ ਦੇ ਡੰਡੇ, ਸੂਖਮ ਦਾ ਖੇਲ ਜਿਹੜਾ ਹੈ, ਜਿਵੇਂ ਦੁਨਿਆਵੀ ਤੌਰ 'ਤੇ ਦੁੱਖ ਸੁੱਖ ਲੱਗਦੇ ਨੇ, ਇਸੇ ਤਰੀਕੇ ਸੂਖਮ ਦੁੱਖ ਸੂਖਮ ਤਸ਼ੱਦਦ ਦੇ ਨਾਲ ਮਨ ਨੂੰ ਫਿਰ ਟੌਰਚਰ ਕੀਤਾ ਜਾਂਦਾ ਹੈ। ਇਸ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਿਹੜਾ ਤੁਹਾਡੇ ਅੰਦਰ ਉਹ ਨਾਮ ਹੈ, ਉਸ ਨਾਮ ਦੀ ਤੁਸੀਂ ਪ੍ਰਾਪਤੀ ਕਰ ਲਓ। ਉਹਨੂੰ ਪ੍ਰਾਪਤੀ ਕਰਨ ਦੇ ਲਈ ਸਾਨੂੰ ਸੱਚੇ ਪਾਤਸ਼ਾਹ ਨੇ ਫਿਰ ਵਾਹਿਗੁਰੂ ਗੁਰਮੰਤਰ ਸ਼ਬਦ ਦਿੱਤਾ ਹੈ, ਗੁਰਬਾਣੀ ਗੁਰੂ ਦਾ ਗਿਆਨ ਦਿੱਤਾ ਹੈ, 5 ਬਾਣੀਆਂ ਦਾ ਗਿਆਨ ਦਿੱਤਾ ਹੈ, ਸਾਧੂ ਸੰਤਾਂ ਦਾ ਸੰਗ ਬਖਸ਼ਿਆ ਵੀ ਤੁਸੀਂ ਗੁਰਬਾਣੀ ਗੁਰੂ 'ਚ ਖੋਜੋ ਵੀ ਅਨਹਦ ਬਾਣੀ ਨਾਮ ਪ੍ਰਕਾਸ਼ ਕਿਵੇਂ ਸਾਡੇ ਅੰਦਰ ਹੈ। ਇਹਦੀ ਵਿਚਾਰ ਸਾਨੂੰ ਵਾਰ-ਵਾਰ ਕਰਨੀ ਪਏਗੀ, ਕਿਉਂਕਿ ਜਿਵੇਂ ਦੁਨਿਆਵੀ ਕੋਈ ਪੜ੍ਹਾਈ ਹੁੰਦੀ ਹੈ, ਦੁਨਿਆਵੀ ਕੋਈ ਅਵਸਥਾ ਸਮਝਾਉਣੀ ਹੈ, ਕੋਈ ਵਪਾਰ ਦੀ, ਕੋਈ ਰਾਜਨੀਤੀ ਦੀ, ਕੋਈ ਸਮਾਜ ਦੀ, ਉਹਦੀ ਵਾਰ-ਵਾਰ ਕਲਾਸਾਂ ਲੱਗਦੀਆਂ ਨੇ, ਵਿਚਾਰ ਕਰਦੀਆਂ ਨੇ। ਇਸ ਤਰੀਕੇ ਹੀ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਖਜ਼ਾਨੇ ਨੂੰ ਗੁਪਤ ਨਹੀਂ ਕੀਤਾ। 1430 ਅੰਗਾਂ ਦੇ ਵਿੱਚ ਵੱਖ-ਵੱਖ ਸ਼ਬਦਾਂ, ਵੱਖ-ਵੱਖ ਰੂਪ ਦੇ ਵਿੱਚ ਬਹੁਤ ਸਾਰੇ ਅਨੇਕਾਂ ਭਗਤਾਂ ਸੰਤਾਂ ਦੀ ਬਾਣੀ ਨੂੰ ਇਕੱਠਾ ਕਰਕੇ ਇਹ ਬ੍ਰਹਮ ਦਾ ਸਾਨੂੰ ਸਿਲੇਬਸ ਦਿੱਤਾ ਹੈ ਵੀ ਇਹਨੂੰ ਵਾਰ-ਵਾਰ ਤੁਸੀਂ ਵਿਚਾਰੋ। ਕਲਾਸ ਰੂਪ ਦੇ ਵਿੱਚ ਇਕੱਠੇ ਹੋ ਕੇ ਖੁੱਲ੍ਹਾ ਖਜ਼ਾਨਾ ਸਾਨੂੰ ਇਹ ਦਿੱਤਾ ਹੈ। ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ। ਇਹ ਖੁੱਲ੍ਹੇ ਖਜ਼ਾਨੇ ਦਿੱਤਾ ਵੀ ਵਰਤਾਓ ਅਤੇ ਖਾਓ ਅਤੇ ਖਰਚੋ ਅਤੇ ਇਹਦੀ ਵਿਚਾਰ ਕਰੋ ਵੀ ਤੁਹਾਡੇ ਅੰਦਰ ਜਿਹੜਾ ਨਾਮ ਦਾ ਨਿਧਾਨ ਕਿਵੇਂ ਪ੍ਰਗਟ ਹੋਵੇ। ਅਤੇ ਉਹ ਫਿਰ ਪ੍ਰਗਟ ਕਰਨ ਦਾ ਤਰੀਕਾ ਸਾਨੂੰ ਦੱਸਿਆ ਕਿ ਮਨ ਨੂੰ ਪਾਉਣ ਤੋਂ ਅਤੇ ਵਿਚਾਰਾਂ ਤੋਂ ਅਲੱਗ ਕਰਕੇ
ਸੁਰਤ ਰੂਪ ਹੋ ਕੇ ਸੁਣ ਦੇ ਵਿੱਚ ਲੈ ਕੇ ਜਾਓ। ਸੁਣ ਭਾਵ ਸਰੀਰ ਤੋਂ ਵੱਖ ਕਰਕੇ ਅਤੇ ਉਸ ਅਵਸਥਾ 'ਚ ਲੈ ਜਾਓ ਜਿੱਥੇ ਤੁਹਾਨੂੰ ਸਰੀਰ ਭੁੱਲੇ, ਅਤੇ ਉੱਥੇ ਫਿਰ ਤੁਹਾਨੂੰ ਦਰ ਹੈ ਇੱਕ ਸਹਿਜ ਸੁਣ ਦੇ ਘਾਟ 'ਤੇ, ਜਿਹਨੂੰ ਕਹਿੰਦੇ ਨੇ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਤਾਂ ਕਬੀਰੇ ਮੱਟ ਕੀਆ ਖੋਜਤ ਮੁੰਜਨ ਬਾਰ। ਗੰਗ ਅਤੇ ਜਮਨ ਦੇ ਅੰਤਰੇ ਜਿਹੜਾ ਸਹਿਜ ਸੁਣ ਦਾ ਘਾਟ ਬਣਦਾ, ਉੱਥੇ ਮਨ ਦਾ ਵਿਸ਼ਰਾਮ ਕਰਾਓ, ਉੱਥੋਂ ਨਾਮ ਪ੍ਰਗਟ ਹੋ ਜਾਏਗਾ। ਉੱਥੋਂ ਨਾਮ ਦਾ ਫਿਰ ਜਦੋਂ ਤੁਸੀਂ ਤੇ ਧਿਆਨ ਲਾਓਗੇ, ਸਹਿਜ ਸੁਭਾਅ ਤੁਹਾਡੇ ਅੱਗੇ ਜੋਤ ਪ੍ਰਗਟ ਹੋਏਗੀ। ਅਤੇ ਇਸ ਤਰ੍ਹਾਂ ਕਰਕੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਜਿਹੜਾ ਮਨ ਆਪਦੇ ਵਿੱਚੋਂ ਖੋਜ ਲੈਂਦਾ ਅਕਾਲ ਦੀ ਦੇਹ ਨੂੰ, ਨਾਮ ਨਿਰੰਜਨ ਨੂੰ, ਉਹੀ ਇਸ 'ਚ ਨਾਮ ਦੀਆਂ ਵਡਿਆਈਆਂ ਕਰ ਸਕਦਾ। ਦੂਜੇ ਜਿਹੜੇ ਅਗਿਆਨਤਾ ਵਸ ਨੇ ਉਹ ਭਰਮ 'ਚ ਪੈ ਰਹਿੰਦੇ ਨੇ। ਅਸੀਂ ਉਸ ਨਾਮ ਦੀ ਪ੍ਰਾਪਤੀ ਕਰਨੀ ਹੈ। ਫਿਰ ਸਾਨੂੰ ਰੋਗਨ ਤੋਂ, ਸੋਗਨ ਤੋਂ, ਜਲ ਜੋਗਨ ਜਿਵੇਂ ਮਰਜ਼ੀ ਦੁਨਿਆਵੀ ਤੌਰ 'ਤੇ ਚੜ੍ਹ ਕੇ ਆਈ ਜਾਣ, ਫਿਰ ਸਾਡੇ ਮਨ ਦੇ ਵਿੱਚ ਡਰ ਨਹੀਂ ਹੁੰਦਾ ਵੀ ਸਾਨੂੰ ਕਿਸੇ ਪਾਸੋਂ ਤੱਤੀ ਵਾਹ ਲੱਗੇਗੀ, ਕਿਉਂਕਿ ਪਾਰ ਬ੍ਰਹਮ ਦੀ ਸ਼ਰਨ ਵਿੱਚ ਚਲੇ ਗਏ। ਕਿਹੜਾ ਪਾਰ ਬ੍ਰਹਮ? ਜਿਹੜਾ ਪ੍ਰਕਾਸ਼ ਰੂਪ ਹੈ, ਨਿਰੰਜਨ ਅਨਾਹਤ ਰੂਪ ਹੈ, ਉੱਥੇ ਜਦੋਂ ਚਲੇ ਗਏ ਦੁਨਿਆਵੀ ਤੌਰ 'ਤੇ ਫਿਰ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਸਾਰੇ ਸੱਚੇ ਪਾਤਸ਼ਾਹ ਕਹਿੰਦੇ ਕਾਲ ਫਾਸ ਜਬ ਗਰਮੈ ਮੇਲੀ ਤੈ ਸੁਧ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ। ਕਹਿੰਦੇ ਫਿਰ ਜਿਹੜਾ ਕਾਲ ਜੇ ਭਾਵੇਂ ਜਿਵੇਂ ਮਰਜ਼ੀ ਫਾਹੀ ਪਾਉਣ ਦੀ ਕੋਸ਼ਿਸ਼ ਕਰੇ, ਜਾਲ ਪਾਉਣ ਦੀ ਕੋਸ਼ਿਸ਼ ਕਰੇ, ਜਿਨ੍ਹਾਂ ਦੇ ਉੱਪਰ ਨਾਮ ਹੁੰਦਾ ਹੈ, ਅਤੇ ਫਿਰ ਜਦੋਂ ਨਾਮ ਦੇ ਰਾਹੀਂ ਨਿਰੰਜਨ ਨੂੰ ਯਾਦ ਕਰਦੇ ਆ, ਨਾਮ ਨੂੰ ਯਾਦ ਕਰਦੇ ਆ, ਪੁਕਾਰ ਕਰਦੇ ਨੇ, ਅਤੇ ਉੱਥੇ ਹਰੇਕ ਸੰਕਟ ਵਿੱਚ ਸਹਾਈ ਹੋ ਜਾਂਦਾ ਹੈ, ਉਹਨਾਂ ਨੂੰ ਬਚਾਉਂਦਾ। ਸੋ ਆਓ ਫਿਰ ਆਪਾਂ ਸ਼ਬਦ ਦਾ ਅਭਿਆਸ ਕਰੀਏ, ਨਾਮ ਦੇ ਨਾਲ ਜੁੜ ਕੇ, ਵਾਹਿਗੁਰੂ ਸ਼ਬਦ ਦੇ ਨਾਲ ਜੁੜ ਕੇ ਅੰਦਰਲੇ ਨਾਮ ਦੀ ਪਛਾਣ ਕਰੀਏ। ਅਤੇ ਜਿਨ੍ਹਾਂ ਗੁਰਮੁਖਾਂ ਦੇ ਪ੍ਰਗਟ ਹੈ ਉਹ ਅੰਦਰਲੇ ਨਾਮ ਨੂੰ ਸੁਣਦਿਆਂ ਹੋਏ ਆ ਇਸ ਸਰੀਰ ਨੂੰ ਭੁੱਲ ਕੇ ਉਸ ਨਾਮ ਵਿੱਚ ਲੀਨ ਹੋ ਕੇ ਉਰਦ ਅਵਸਥਾ ਦੇ ਵਿੱਚ ਸੁਰਤੀ ਨੂੰ ਉੱਪਰ ਜਿੱਥੇ ਸੂਖਮ ਦੇ ਵਿੱਚ ਲੈ ਜਾਣ, ਸਹਿਜ ਸੁਣ ਦੇ ਘਾਟ ਤੋਂ ਉੱਪਰ ਲੈ ਜਾਣ, ਜਿੱਥੇ ਸਾਡੇ ਮਣੀ ਦਾ ਪ੍ਰਕਾਸ਼ ਹੈ, ਜੋ ਸਾਡਾ 10ਵਾਂ ਘਰ ਹੈ, ਉੱਥੇ ਲਿਆ ਕੇ ਫਿਰ ਸੇਵਾ ਦੇ ਵਿੱਚ ਬਿਠਾਉਣ। ਇਸ ਸਰੀਰ ਨੂੰ ਭੁੱਲ ਕੇ ਅਨਾਹਤ ਨਾਦ ਦੇ ਵਿੱਚ ਸਮਾ ਕੇ ਉੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਆਓ ਜੀ ਫਿਰ ਪ੍ਰੈਕਟੀਕਲ ਸ਼ੁਰੂ ਕਰੀਏ, ਗੁਰਮੰਤਰ ਦਾ ਅਭਿਆਸ ਸ਼ੁਰੂ ਕਰੀਏ। ਫਿਰ ਆਪਾਂ ਥੋੜ੍ਹੀ ਦੇਰ ਧਿਆਨ 'ਚ ਬੈਠਦੇ ਹਾਂ। ਕਰੋ ਸ਼ੁਰੂ ਜੀ। ਵਾਹਿਗੁਰੂ ਵਾਹਿਗੁਰੂ